ਪ੍ਰਧਾਨਗੀ ਮੰਡਲ ਅਤੇ ਪੰਡਾਲ ਵਿੱਚ ਉਪਸਥਿਤ ਬਹੁਤ ਹੀ ਸਤਿਕਾਰਯੋਗ ਵਿਦਵਾਨਗਣ ਅਤੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਅਤ ਧੰਨਵਾਦੀ ਹਾਂ ਸੈਮੀਨਾਰ ਕਮੇਟੀ ਦੀ, ਜਿਨ੍ਹਾਂ ਨੇ ਇਸ ਅਤ ਮਹਾ ਬੇਹੱਦ ਇੰਪੋਰਟੈਂਟ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦਾ ਅੱਜ ਮੈਨੂੰ ਆਪ ਸਭ ਸਜਗ ਆਡੀਅנס ਦੇ ਨਾਲ ਮੌਕਾ ਦਿੱਤਾ ਹੈ। ਮੇਰੇ ਪੇਪਰ ਦੀ ਪ੍ਰੈਜੈਂਟੇਸ਼ਨ ਕਰਨ ਤੋਂ ਪਹਿਲਾਂ ਮੈਂ ਪ੍ਰਧਾਨ ਜੀ ਦੀ ਇਜਾਜ਼ਤ ਦੇ ਨਾਲ ਪਹਿਲੇ ਦੋ ਪ੍ਰਵੱਤਾ ਜਿਹੜੇ ਸੀਗੇ ਆਪਣੇ ਪ੍ਰੋਫੈਸਰ ਸਿਨਹਾ ਔਰ ਸਿਰਾਜੁਲ ਸਰ, ਮੈਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਸਰ ਕਿ ਬਹੁਤ ਹੀ ਅੱਛੀਆਂ ਗੱਲਾਂ, ਬਹੁਤ ਹੀ ਸਜਗ ਗੱਲਾਂ ਸਾਡੇ ਸਾਹਮਣੇ ਇਹਨਾਂ ਨੇ ਡਿਫਰੈਂਟ ਆਸਪੈਕਟਸ ਤੋਂ ਰੱਖੀਆਂ ਨੇ, ਜਿਹੜੀਆਂ ਕਿ ਸ਼ਾਇਦ ਸਾਨੂੰ ਹੋਰ ਕਿਤੋਂ ਪੜ੍ਹਨ ਦਾ ਜਾਂ ਸੁਣਨ ਦਾ ਜਾਂ ਸਮਝਣ ਦਾ ਮੌਕਾ ਨਾ ਮਿਲਦਾ। सो सेमिनार कमेटी का बहुत बहुत धन्यवाद इस पक्षों भी। और दूसरी गल, एक सर सिन्हा सर आपने परिश्रम की बात करी थी कि परिश्रम ना करने से जो इंसान है वो किस हद तक गिर सकता है। सर मैं एक छोटी जी तुहानू आजकल इंटरनेट का ज़माना है, वो उपर एक छोटी जी पिछे मैं क्लिपिंग देखी सी कि जिहदे विच सर मैं पंजाबी में बात करूँगी, आई होप आप अंडरस्टैंड करेंगे। आपने बहुत अच्छी पंजाबी बोली थी, तो दैट्स व्हाई आई एम जस्ट थिंकिंग। तो सर उसमें एक था कि एक चिड़ियाघर दे विच पिछे जे कुछ एक सर्वे होया, एक कैंपेनिंग चली है कि सारे जिन्ने भी जानवर ने इन्हां नूं बंद नहीं करके रखा जाऊगा और इन्हां सारिਆਂ ਨੂੰ जंगल दे विच छड्ड दिता जावे। ਉਹਦੇ ਵਿੱਚੋਂ ਕੁਝ ਸ਼ੇਰ ਸਨ, ਕੁਝ ਹਾਥੀ ਸਨ ਜਿਹੜੇ ਕਿ ਬੰਦ ਸੀ ਕਾਫੀ ਟਾਈਮ ਤੋਂ, ਉਹਨਾਂ ਨੂੰ ਛੱਡ ਦਿੱਤਾ ਗਿਆ, ਜੰਗਲ ਦੇ ਵਿੱਚ ਰੱਖਿਆ ਗਿਆ। ਔਰ ਕੁਝ ਦੇਰ ਬਾਅਦ ਉਹਨਾਂ ਦੀ ਸਰਵੇ ਤੋਂ ਪਤਾ ਲੱਗਿਆ ਕਿ ਸਰ 1 ਮਹੀਨੇ ਤੋਂ ਬਾਅਦ ਉਹਨਾਂ ਜਿਹੜੇ ਸ਼ੇਰ ਸਨ ਉਹਨਾਂ ਨੂੰ ਜੰਗਲੀ ਕੁੱਤੇ ਖਾ ਗਏ, ਕਿਉਂਕਿ ਉਹ ਆਪਣਾ ਕੰਮ ਕਰਨਾ ਭੁੱਲ ਗਏ ਸੀ, ਉਹ ਸ਼ਿਕਾਰ ਕਰਨਾ ਭੁੱਲ ਗਏ ਸੀ, ਉਹ ਪਰਿਸ਼ਰਮ ਕਰਨਾ ਭੁੱਲ ਗਏ ਸੀ, ਉਹ ਮਿਹਨਤ ਕਰਨੀ ਭੁੱਲ ਗਏ ਸੀ। ਸੋ ਪਰਿਸ਼ਰਮ ਦਾ ਇਹੋ ਜਿਹਾ रूप साढ़े सामने आ रहा है कि जो असी परिश्रम नूं छड्डदे जा रहे हैं, असी मेहनत नूं छड्डदे जा रहे हैं, तो साडा हाल उन्हां चिड़ियाघर दे शेरां वाला हो जाना है जिहड़े कि अपना असल रूप भुल जाणगे। मेरा पेपर गुरसिੱਖੀ जीवन आदर्शक सुकृत मार्ग के तौर के उत्ते है इसका, क्योंकि असी ਜਦੋਂ तक ਸਾਡੇ ਸਾਹਮਣੇ ਕੋਈ ਮਾਡਲ ਰੂਪ ਦੇ ਵਿੱਚ, ਅਸੀਂ ਅੱਜ ਕੱਲ੍ਹ ਮਾਡਰਨ ਜ਼ਮਾਨੇ ਨੂੰ ਬਿਲੋਂਗ ਕਰਦੇ ਹਾਂ, ਜਦੋਂ ਤੱਕ ਮਾਡਲ ਰੂਪ ਦੇ ਵਿੱਚ ਕੋਈ ਚੀਜ਼ ਸਾਹਮਣੇ ਨਹੀਂ ਆਉਂਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਸਮਝ ਨਹੀਂ ਲੱਗਦੀ, ਔਰ ਜਦ ਤੱਕ ਉਹ ਜਿਊ ਕੇ ਨਹੀਂ ਦਿਖਾਇਆ ਜਾਂਦਾ, ਵਿਹਾਰ ਦੇ ਵਿੱਚ ਨਹੀਂ ਲਿਆਇਆ ਜਾਂਦਾ, ਉਦੋਂ ਤੱਕ ਉਹ ਚੀਜ਼ ਗਲੇ ਉਤਾਰਨੀ ਸਾਡੇ ਲਈ ਥੋੜ੍ਹੀ ਜਿਹੀ ਔਖੀ ਹੋ ਜਾਂਦੀ ਹੈ। ਸੋ ਮੇਰਾ ਮੰਨਣਾ ਇਹ ਹੈ ਕਿ ਜਦੋਂ ਤੱਕ ਸਾਡੇ ਵੱਡੇ, ਸਾਡੇ ਮਹਾਂਪੁਰਖ, ਸਾਡੇ ਬਜ਼ੁਰਗ, ਸਾਡੇ ਵਿਦਵਾਨ ਸਾਨੂੰ ਉਹ ਚੀਜ਼ ਵਿਹਾਰ ਦੇ ਵਿੱਚ ਨਹੀਂ ਲਿਆ ਕੇ ਦਿਖਾਉਣਗੇ, ਉਦੋਂ ਤੱਕ ਸਿਰਫ ਸਿਧਾਂਤਕ ਤੌਰ ਦੇ ਉੱਤੇ ਗੱਲਾਂ ਕਰਨ ਦਾ ਕੋਈ ਜ਼ਿਆਦਾ ਲਾਭ ਸਾਨੂੰ ਨਹੀਂ ਮਿਲਣਾ। ਇਸ ਕਰਕੇ ਮੈਂ ਉਸ ਮਾਡਲ ਜਿਹੜਾ ਕਿ ਸਾਡੇ ਕੋਲ ਸਿੱਖੀ ਦੇ ਵਿੱਚ, ਸਿੱਖੀ ਜੀਵਨ ਜਾਂਚ ਦੇ ਵਿੱਚ ਸਾਡਾ ਸੋ ਗੁਰੂ ਸਾਹਿਬਾਨਾਂ ਨੇ ਦਿੱਤਾ ਹੈ, ਉਹਦੇ ਨਾਲ ਸੰਬੰਧਿਤ ਤੁਹਾਡੇ ਨਾਲ ਗੱਲ ਕਰਾਂਗੀ ਕਿ ਕਿਰਤ ਜਿਹੜੀ ਹੈ ਉਹ ਸਾਡੇ ਸਾਰੇ ਸਮਾਜਿਕ ਜੀਵਨ ਦਾ ਆਧਾਰ ਹੈ, ਜਿਸ ਨੇ ਇਤਿਹਾਸਕ ਤੌਰ 'ਤੇ ਮਨੁੱਖ ਨੂੰ ਪਸ਼ੂ ਤੋਂ ਇਨਸਾਨ ਬਣਾਇਆ। ਪ੍ਰਸਿੱਧ ਵਿਦਵਾਨ ਬੇਕਨ ਅਨੁਸਾਰ ਕੋਈ ਵੀ ਗਿਆਨ ਜਦੋਂ ਤੱਕ ਕਰਮ ਤੱਕ ਨਾ ਪਹੁੰਚੇ ਉਦੋਂ ਤੱਕ ਉਹ ਫਜ਼ੂਲ ਹੈ। Men ought to know that in the theatre of life it is only for gods and angels to be the spectators। ਇੱਕ ਹੋਰ ਵਿਦਵਾਨ ਕਾਂਟ ਅਨੁਸਾਰ intellect without action can mislead the human race। ਸੋ ਮਾਨਵਤਾ ਦਾ ਅੰਤਮ ਉਦੇਸ਼ ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਸੰਸਾਰਕ ਯਾਤਰਾ ਪੂਰੀ ਕਰਕੇ ਆਨੰਦ ਸਰੂਪ ਪਰਮ ਪਿਤਾ ਪਰਮਾਤਮਾ ਨਾਲ ਮਿਲਾਪ ਹੈ। ਇਸ ਦੇ ਲਈ ਮੁੱਢ ਤੋਂ ਹੀ ਗਿਆਨ, ਭਗਤੀ ਅਤੇ ਕਰਮ 3 ਅਲੱਗ-ਅਲੱਗ ਮਾਰਗ ਮੰਨੇ ਗਏ ਸਨ, ਪਰੰਤੂ ਮਨੁੱਖ ਦਾ ਸੰਪੂਰਨ ਵਿਕਾਸ ਉਦੋਂ ਹੁੰਦਾ ਹੈ ਜਦੋਂ ਇਹ ਤਿੰਨੇ ਮਾਰਗ ਇਕੱਠੇ ਚੱਲਣ। ਸਿੱਖ ਗੁਰੂ ਸਾਹਿਬਾਨਾਂ ਨੇ ਇਹ ਕਾਰਜ ਕਰਨ ਦਾ ਇੱਕ ਸਫਲ ਉਪਰਾਲਾ ਕੀਤਾ। ਗੁਰਮਤਿ ਅਨੁਸਾਰ ਗਿਆਨਵਾਨ ਵਿਅਕਤੀ ਵੱਲੋਂ ਪੂਰੇ ਆਤਮ ਸਮਰਪਣ ਨਾਲ ਕੀਤਾ ਹੋਇਆ ਕਰਮ ਮਨੁੱਖ ਨੂੰ ਅਧਿਆਤਮਕ ਤਾਕਤ ਪ੍ਰਦਾਨ ਕਰਦਾ ਹੈ ਅਤੇ ਅਧਿਆਤਮਕ ਤੌਰ 'ਤੇ ਮਜ਼ਬੂਤ ਵਿਅਕਤੀ ਹੀ ਅਲੱਗ ਕਿਸਮ ਦੀ ਅਲੌਕਿਕ ਸ਼ਕਤੀ ਦਾ ਧਾਰਨੀ ਹੁੰਦਾ ਹੈ। ਪਰਮਾਤਮਾ ਵੱਲੋਂ ਬਖਸ਼ੀ ਹੋਈ ਜੀਵਨ ਦੀ ਦਾਤ ਵਿੱਚ ਉਸ ਦੇ ਹੁਕਮ ਅਨੁਸਾਰ ਉਸ ਦੀ ਰਜ਼ਾ ਵਿੱਚ ਰਹਿ ਕੇ ਕੀਤੇ ਹੋਏ ਕਰਮ ਇੱਕ ਵਿਲੱਖਣ ਕਿਸਮ ਦੀ ਭਗਤੀ ਦਾ ਸਰੂਪ ਹੁੰਦੇ ਹਨ। ਪ੍ਰਾਚੀਨ ਭਾਰਤੀ ਪਰੰਪਰਾ ਜਿਸ ਵਿੱਚ ਗਿਆਨਵਾਨ ਪੰਡਤ, ਜੋਗੀ, ਸਾਧੂਆਂ ਅਤੇ ਮਹਾਂਪੁਰਖਾਂ ਦਾ ਬੋਲਬਾਲਾ ਸੀ, ਇਹ ਧਾਰਨਾ ਆਮ ਪ੍ਰਚਲਿਤ ਸੀ
ਅਤੇ ਕਿ ਗਿਆਨ ਅਤੇ ਕਰਮ ਦਾ ਕੋਈ ਮੇਲ ਨਹੀਂ ਹੋ ਸਕਦਾ। ਜੋ ਗਿਆਨਵਾਨ ਹਨ ਉਹਨਾਂ ਦਾ ਆਮ ਲੋਕਾਈ ਦੇ ਦੁੱਖਾਂ ਤਕਲੀਫਾਂ ਇੱਥੋਂ ਤੱਕ ਕਿ ਸੁੱਖਾਂ ਨਾਲ ਵੀ ਕੋਈ ਸੰਬੰਧ ਨਹੀਂ, ਜਿਸ ਦਾ ਖੰਡਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਮਹਿਸੂਸ ਕਰਦੇ ਹਨ ਕਿ ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਸੋ ਐਸੇ ਵਿਅਕਤੀਗਤ ਮਨੋਰਥ ਦਾ ਕੋਈ ਲਾਭ ਨਹੀਂ ਜੋ ਕਿਸੇ ਹੋਰ ਦੇ ਕੰਮ ਹੀ ਨਾ ਆ ਸਕੇ, ਬਲਕਿ ਐਸੇ ਵਿਅਕਤੀ ਦਾ ਤਾਂ ਫਰਜ਼ ਹੋਰ ਜ਼ਿਆਦਾ ਦੁੱਗਣਾ ਚੌਗਣਾ ਹੋ ਜਾਂਦਾ ਹੈ। ਉਸ ਦਾ ਤਾਂ ਫਰਜ਼ ਬਣ ਜਾਂਦਾ ਹੈ ਕਿ ਉਹ ਸਰਬੱਤ ਦੇ ਭਲਾਈ ਲਈ ਯਤਨਸ਼ੀਲ ਵੀ ਰਵੇ ਅਤੇ ਸਭਨਾਂ ਦਾ ਮਾਰਗਦਰਸ਼ਕ ਹੀ ਬਣੇ। ਉਸ ਨੂੰ ਕੇਵਲ ਮੂਕ ਦਰਸ਼ਕ ਬਣ ਕੇ ਰਹਿਣਾ ਹੀ ਉਸ ਦਾ ਮਨੋਰਥ ਨਹੀਂ ਹੋਣਾ ਚਾਹੀਦਾ। ਸੱਚ, ਨਿਰਭਉ, ਨਿਰਵੈਰ ਅਤੇ ਕਰਤਾ ਹੋਣਾ ਪਰਮਾਤਮਾ ਦੇ ਆਪਣੇ ਗੁਣ ਹਨ, ਜੋ ਉਸ ਦੀ ਬਣਾਈ ਹੋਈ ਕਿਰਤ ਇਸ ਮਨੁੱਖਤਾ ਵਿੱਚ ਵੀ ਹੋਣੇ ਲਾਜ਼ਮੀ ਹਨ। ਜਦੋਂ ਉਹ ਆਪ ਕਰਤਾ ਹੈ, ਗਤੀਸ਼ੀਲ ਹੈ, ਤਾਂ ਉਸ ਦੀ ਬਣਾਈ ਹੋਈ ਕਿਰਤ ਵੀ ਸਟੈਟਿਕ ਕਿਵੇਂ ਹੋ ਸਕਦੀ ਹੈ। ਜੋ ਜ਼ਿੰਮੇਵਾਰੀਆਂ ਦੇ ਕੇ ਉਸ ਨੂੰ ਇਸ ਸ੍ਰਿਸ਼ਟੀ 'ਤੇ ਭੇਜਿਆ ਗਿਆ ਹੈ, ਉਸ ਨੂੰ ਨਿਭਾਉਣ ਦੀ ਜੀਵਨ ਜਾਂਚ ਉਸ ਵਿੱਚ ਹੋਣੀ ਚਾਹੀਦੀ ਹੈ। ਫਰਕ ਕੇਵਲ ਇੰਨਾ ਹੈ ਕਿ ਗੁਰਮਤ ਅਨੁਸਾਰ ਇਹ ਸੰਸਾਰਕ ਯਾਤਰਾ ਪਾਰ ਕਰਨ ਦਾ ਢੰਗ ਜ਼ਰਾ ਵਿਲੱਖਣ ਹੈ। ਗੁਰੂ ਆਦੇਸ਼ ਹੈ ਕਿ ਜੀਵਨ ਐਸਾ ਨਿਰਲੇਪ ਹੋਵੇ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੇ। ਹੁਣ ਇਹ ਮਾਰਗ ਅਦਭੁਤ ਵੀ ਹੈ, ਮੁਸ਼ਕਿਲ ਵੀ ਹੈ, ਕਿਉਂਕਿ ਜੋਗੀ ਤਾਂ ਬਣਨਾ ਹੈ, ਪਰ ਐਸਾ ਜੋਗੀ ਬਣਨਾ ਹੈ ਜੋ ਜਗਤ ਵਿੱਚ ਵੀ ਰਵੇ, ਆਪਣੇ ਕਰਤੱਵ ਵੀ ਨਿਭਾਵੇ ਅਤੇ ਅਛੋਹ ਵੀ ਰਵੇ। ਅੰਜਨ ਮੈਂ ਨਿਰੰਜਨ ਰਹੀਏ, ਜੋਗ ਜੁਗਤ ਇਵ ਪਾਈਏ। ਅਸਥਾਈ ਤੌਰ 'ਤੇ ਕੇਵਲ ਮਾਨਸਿਕ ਚਿੰਤਨ ਅਤੇ ਅਧਿਆਤਮਿਕ ਡੂੰਘਾਈ ਲਈ ਕੁਝ ਦੇਰ ਤੱਕ ਵਿਦਰੋਲ ਤਾਂ ਕੀਤਾ ਜਾ ਸਕਦਾ ਹੈ, ਪਰੰਤੂ ਆਪਣੀਆਂ ਮਨੁੱਖ ਹੋਣ ਦੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣਾ ਕਿਸੇ ਵੀ ਕੀਮਤ 'ਤੇ ਉਚਿਤ ਨਹੀਂ। ਸੰਪੂਰਨ ਮਨੁੱਖ ਤਾਂ ਇਸ ਸ੍ਰਿਸ਼ਟੀ ਦੀ ਉੱਚਤਮ ਇਕਾਈ ਹੈ। ਸੋ ਪਿਆਰ, ਵਿਸ਼ਵਾਸ, ਸੇਵਾ ਅਤੇ ਤਿਆਗ ਨਾਲ ਸਰਬੱਤ ਦੇ ਭਲੇ ਲਈ ਸੁਕ੍ਰਿਤ ਕਰਨਾ ਉਸ ਦਾ ਸਰਵਪ੍ਰਥਮ ਧਰਮ ਹੈ। ਕੋਈ ਵੀ ਕੰਮ ਕਿਸੇ ਮਨੋਰਥ ਨੂੰ ਸਨਮੁਖ ਰੱਖ ਕੇ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਸਾਡੇ ਸਾਹਮਣੇ ਕੋਈ ਏਮ ਹੁੰਦਾ ਹੈ ਕਿ ਅਸੀਂ ਕੋਈ ਕੰਮ ਕਿਉਂ ਕਰ ਰਹੇ ਹਾਂ। ਜਦੋਂ ਸਾਡੇ ਬਦ ਮਨੋਰਥ ਹੁੰਦੇ ਹਨ ਤੇ ਉਹਨਾਂ ਦੇ ਅਧੀਨ ਕੀਤਾ ਹੋਇਆ ਕੰਮ ਬਦੀ ਫੈਲਾਉਂਦਾ ਹੈ ਅਤੇ ਸ਼ੁਭ ਮਨੋਰਥ ਇਨਸਾਨ ਨੂੰ ਸ਼ੁਭ ਮਾਰਗ ਦਾ ਪਾਂਧੀ ਬਣਾਉਂਦਾ ਹੈ। ਜਦੋਂ ਅੰਤਮ ਉਦੇਸ਼ ਹੀ ਪਰਮਾਤਮਾ ਨਾਲ ਮਿਲਾਪ ਹੋਵੇਗਾ ਤਾਂ ਜ਼ਾਹਿਰ ਹੈ ਕਿ ਉਸ ਵਰਗੇ ਗੁਣ ਵੀ ਸਾਨੂੰ ਸਾਡੇ ਅੰਦਰ ਧਾਰਨ ਕਰਨੇ ਪੈਣਗੇ, ਤਾਂ ਇਹ ਮਿਲਾਪ ਤਾਂ ਹੀ ਸੰਭਵ ਹੋ ਸਕੇਗਾ। ਜਿਵੇਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਸੁੱਚ ਹੋਵੇ ਤਾਂ ਸੱਚ ਪਾਈਏ। ਪਿਆਰ, ਅੱਛਾਈ, ਸੱਚਾਈ ਇਹ ਕੇਵਲ ਐਬਸਟਰੈਕਸ਼ਨਸ ਨਹੀਂ ਹੈ ਕਿ ਕਿਤੇ ਉੱਪਰਲੀਆਂ ਗੱਲਾਂ ਨੇ, ਬਲਕਿ ਇਹ ਪਰਮਾਤਮਾ ਦੇ ਅੰਸ਼ ਹਨ ਜੋ ਸੰਪੂਰਨ ਮਨੁੱਖ ਵਿੱਚ ਝਲਕਦੇ ਹਨ। ਚੰਗੇ ਮਾੜੇ ਫਲ ਦੀ ਇੱਛਾ ਦਾ ਤਿਆਗ ਕਰਕੇ ਨਿਸ਼ਕਾਮ ਕਿਰਤ ਕਰਨਾ ਗੁਰਮਤ ਵਿੱਚ ਸੇਵਾ ਦਾ ਨਾਮ ਅਖਵਾਉਂਦਾ ਹੈ। ਸੇਵਾ ਮਨੁੱਖ ਨੂੰ ਲੋਭ, ਮੋਹ, ਹੰਕਾਰ ਅਤੇ ਲਾਲਚ ਜਿਹੇ ਦਵੇਸ਼ਾਂ ਤੋਂ ਦੂਰ ਰੱਖਦੀ ਹੈ ਅਤੇ ਮਨੁੱਖ ਜੀਵਨ ਮੁਕਤ ਦੀ ਉਪਾਧੀ ਪ੍ਰਾਪਤ ਕਰਨ ਯੋਗ ਬਣਦਾ ਹੈ। ਪ੍ਰਤੱਖ ਦਿਖਾਈ ਦਿੰਦੇ ਜੋ ਤੁਹਾਡੇ ਸਾਹਮਣੇ ਤੁਹਾਡੇ ਕਰਤੱਵ ਨੇ, ਜੋ ਤੁਹਾਡੇ ਫਰਜ਼ ਨੇ, ਉਹਨਾਂ ਨੂੰ ਤਿਆਗ ਕੇ ਕਿਸੇ ਪਰਾਲੌਕਿਕ ਮਨੋਰਥ ਨੂੰ ਸਵਾਰਨ ਦਾ ਯਤਨ ਕਰਨਾ ਗੁਰਮੁਖ ਦਾ ਨਹੀਂ, ਮਨਮੁਖ ਦਾ ਕੰਮ ਹੈ। ਦੇਰ ਸ਼ੁੱਡ ਨਾਟ ਬੀ ਐਨੀ ਅਦਰ ਵਰਲਡਲੀਨੈਸ ਕਿ ਕਿਤੇ ਹੋਰ ਜਾ ਕੇ ਤੁਸੀਂ ਮੁਕਤੀ ਪ੍ਰਾਪਤ ਕਰਨੀ ਹੈ। ਇਹ ਸਦੇਹ ਮੁਕਤੀ ਦਾ ਜਿਹੜਾ ਕੌਨਸੈਪਟ ਸਿੱਖੀਜ਼ਮ ਦੇ ਵਿੱਚ ਹੈ ਕਿ ਇਸ ਸੰਸਾਰ ਦੇ ਵਿੱਚ ਵੀ ਰਹਿਣਾ, ਵਰਲਡਲੀ ਤਾਂ ਹੋਣਾ ਹੀ ਹੈ, ਵਰਲਡ ਦੇ ਵਿੱਚ ਰਹਿਣਾ, ਬਟ ਵਰਲਡਲੀਨੈਸ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣੀ। ਹੁਣ ਅਜਿਹੇ ਗੁਰਾਂ ਦਾ ਧਾਰਨੀ ਸਿੱਖ ਜਦੋਂ ਦੁਨਿਆਵੀ ਨਜ਼ਰ ਵਿੱਚ ਵਿਚਰਦਾ ਹੈ ਤਾਂ ਉਹ ਆਪ ਮੁਹਾਰੇ ਚਾਨਣ ਮੁਨਾਰਾ ਬਣ ਨਿਬੜਦਾ ਹੈ। ਅੱਜ ਸਾਰਾ ਸੰਸਾਰ ਜਿੰਨਾ ਵੀ ਹੈ ਗਲੋਬਲਾਈਜੇਸ਼ਨ ਦੀ ਗੱਲ ਕਰ ਰਿਹਾ ਹੈ। ਸਮੁੱਚਾ ਵਿਸ਼ਵ ਇੱਕ ਦੂਸਰੇ ਦੇ ਸੰਪਰਕ ਵਿੱਚ ਆ ਰਿਹਾ ਹੈ। ਆਪਸੀ ਨਿਰਭਰਤਾ ਦੀ ਗੱਲ ਹੋ ਰਹੀ ਹੈ, ਸਹਿਹੋਂਦ ਦੀ ਗੱਲ ਹੋ ਰਹੀ ਹੈ, ਤਰੱਕੀ ਦੇ ਰਸਤੇ ਉੱਪਰ ਚੱਲਣ ਦੀ, ਆਪਸ ਦੀ ਮਿਲਵਰਤਣ ਦੀ ਪੈੜਾਂ ਨੱਪੀਆਂ ਜਾ ਰਹੀਆਂ ਨੇ। ਸਖਤ ਮਿਹਨਤ ਦੀ ਗੱਲ ਹੋ ਰਹੀ ਹੈ ਕਿ ਸਖਤ ਮਿਹਨਤ ਤੋਂ ਬਿਨਾਂ ਕੁਝ ਮਿਲਣਾ ਨਹੀਂ, ਜਾਂ ਫਿਰ ਜ਼ਿੰਮੇਵਾਰੀ ਦੀ ਭਾਵਨਾ ਦੀ ਗੱਲ ਹੋ ਰਹੀ ਹੈ। ਹਰੇਕ ਨੂੰ ਆਪੋ ਆਪਣੀ ਯੋਗਤਾ ਅਨੁਸਾਰ ਕੰਮ ਕਰਨ ਦੇ ਮੌਕੇ ਮਿਲਣੇ ਚਾਹੀਦੇ, ਇਹ ਬੜਾ ਸਾਰੇ ਪਾਸੇ ਰੌਲਾ ਹੈ। ਜਾਂ ਸਾਧਨ ਮੁਹੱਈਆ ਕਰਵਾਉਣ ਦੀ ਗੱਲ ਹੋ ਰਹੀ ਹੈ। ਤਾਂ ਉਸ ਸਮੇਂ ਸਿੱਖ ਧਰਮ ਕੋਲ ਇੱਕ ਆਦਰਸ਼ਕ ਮਾਡਲ ਦੇ ਰੂਪ ਵਿੱਚ ਅਜਿਹਾ ਫਲਸਫਾ ਮੌਜੂਦ ਹੈ ਜਿਸ ਦਾ ਆਧਾਰ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਹੈ। ਗੁਰੂ ਸਾਹਿਬਾਨ ਤੋਂ ਪਹਿਲਾਂ ਜਨਮ ਦੇ ਆਧਾਰ ਤੇ ਕਿਰਤ ਦੀ ਵੰਡ ਨੇ ਜੋ ਪਾੜੇ ਪਾਏ ਸਨ, ਉਹਨਾਂ ਦਾ ਨੁਕਸਾਨ ਇਸ ਭਾਰਤ ਵਰਸ਼ ਨੂੰ ਬਹੁਤ ਝੇਲਣਾ ਪਿਆ। ਉਸ ਦਾ ਇਤਿਹਾਸ ਗਵਾਹ ਹੈ। ਤੁਹਾਡੇ ਕੋਲ ਹੁਣ ਤੱਕ ਬਹੁਤ ਸਾਰੀਆਂ ਵਿਦਵਾਨਾਂ ਦੇ ਪਰਚਿਆਂ ਵਿੱਚ ਉਹਨਾਂ ਗਵਾਹੀਆਂ ਦੀ ਗੱਲ ਕੀਤੀ ਜਾ ਚੁੱਕੀ ਹੈ, ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਾਂਗੀ। ਜਿਸ ਵਰਗ ਵੰਡ ਨੇ ਨੀਵੇਂ ਨੂੰ ਹੋਰ ਨੀਵਾਂ ਅਤੇ ਉੱਚਿਆਂ ਨੂੰ ਹੋਰ ਉੱਚਾ ਬਣਾਇਆ, ਉਸ ਦਾ ਖੰਡਨ ਕਰਦੇ ਹੋਏ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹ ਵਿਸ਼ਵਾਸ ਦ੍ਰਿੜ ਕਰਾਇਆ ਗਿਆ ਸੀ ਕਿ ਹਰ ਇੱਕ ਮਨੁੱਖ ਵਿੱਚ ਉਹ ਕੈਪੇਬਿਲਿਟੀ ਹੈ ਕਿ ਉਹ ਦੂਸਰੇ ਦੇ ਸੰਸਾਰਕ ਅਤੇ ਅਧਿਆਤਮਕ ਉਦੇਸ਼ਾਂ ਦੀ ਪੂਰਤੀ ਲਈ ਸਹਾਇਕ ਬਣਨ ਯੋਗ ਹੈ, ਕਿਉਂਕਿ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਨ ਰੂਪ ਵਿੱਚ ਵਿਦਮਾਨ ਹੈ।
ਮਨੁੱਖ ਜਨਮ ਦੇ ਆਧਾਰ ਤੇ ਨਹੀਂ ਬਲਕਿ ਕਰਮ ਦੇ ਆਧਾਰ ਤੇ ਦੇਵਤੇ ਤੋਂ ਰਾਖਸ਼ ਅਤੇ ਰਾਖਸ਼ ਤੋਂ ਦੇਵਤਾ ਬਣ ਸਕਦਾ ਹੈ। ਖਾਲਸਾ ਅਜਿਹੀ ਵਿਲੱਖਣ ਅਤੇ ਅਮੀਰ ਵਿਰਾਸਤ ਦਾ ਮਾਲਕ ਹੈ ਜਿਸ ਵਿੱਚ ਸਿਧਾਂਤਕ ਅਤੇ ਵਿਹਾਰਕ ਹਰ ਤਰ੍ਹਾਂ ਦੇ ਆਦਰਸ਼ ਮੌਜੂਦ ਹਨ। ਸਾਨੂੰ ਕਿਤੋਂ ਬਾਹਰੋਂ ਦੇਖਣ ਦੀ ਲੋੜ ਨਹੀਂ ਹੈ ਕਿ ਅਸੀਂ ਪੱਛਮੀ ਦੇਸ਼ਾਂ ਨੂੰ ਦੇਖੀਏ ਕਿ ਉਹ ਕੀ ਕਰਦੇ ਨੇ, ਤੇ ਜੇ ਉਹਨਾਂ ਦੇ ਬੱਚੇ ਕੰਮ ਕਰਦੇ ਨੇ ਤੇ ਫਿਰ ਸਾਡੇ ਕਰਨਗੇ। ਇਸ ਤਰ੍ਹਾਂ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਸਾਡੇ ਕੋਲ ਆਪਣੇ ਕੋਲ ਇੱਕ ਜੂ ਕੇ ਦਿਖਾਇਆ ਹੋਇਆ ਮਾਡਲ ਸਾਡੇ ਕੋਲ ਮੌਜੂਦ ਹੈ। ਸਿੱਖ ਫਲਸਫੇ ਦਾ ਤਾਂ ਨਿਚੋੜ ਹੀ ਇਹ ਹੈ ਕਿ ਆਪਣੀਆਂ ਯੋਗਤਾਵਾਂ ਅਨੁਸਾਰ ਸਭ ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਨੈਤਿਕ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਹਰ ਇੱਕ ਗੁਰਸਿੱਖ ਨਿਭਾਵੇ। ਗੁਰਸਿੱਖ ਆਪਣੇ ਆਦਰਸ਼ਾਂ ਨੂੰ ਬਹੁਤ ਧਿਆਨ ਵਿੱਚ ਰੱਖੇ ਕਿਉਂਕਿ ਇਹ ਜਿਹੜੀਆਂ ਨਾਮ ਜਪਣ, ਵੰਡ ਛਕੋ ਅਤੇ ਕਿਰਤ ਕਰਨ ਦੀ ਪਿਰਤ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਰੱਖੀ ਹੈ, ਇਹਦੇ ਨਾਲ ਜੋ ਫਾਇਦੇ ਸਾਨੂੰ, ਹੁਣ ਫਾਇਦਾ ਜਦ ਤੱਕ ਨਾ ਦਿਖਾਇਆ ਜਾਵੇ ਤਦ ਤੱਕ ਉਸ ਮਾਡਲ ਦਾ ਕੋਈ ਅਰਥ ਨਹੀਂ ਬਣਦਾ। ਸੋ ਇਹਦੇ ਫਾਇਦੇ ਜਿਹੜੇ ਹੈ ਉਹ ਮੈਂ ਸਮਾਪਤ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਨਾਮ ਜਪਣ ਨਾਲ ਅਧਿਆਤਮਿਕ ਤੌਰ 'ਤੇ ਸੁਲਝਿਆ ਹੋਇਆ ਮਨੁੱਖ ਸਾਰੇ ਲੋਭ, ਲਾਲਚ, ਹੰਕਾਰ ਵਰਗੇ ਦੁਨਿਆਵੀ ਦਵੰਦਾਂ ਤੋਂ ਸਭ ਤੋਂ ਪਹਿਲਾਂ ਤਾਂ ਉੱਪਰ ਹੋ ਕੇ ਮੁਕਤ ਅਵਸਥਾ ਵਿੱਚ ਪਹੁੰਚਦਾ ਹੈ। ਪਰਮਾਤਮਾ ਦੇ ਹੁਕਮ ਸਮਝ ਕੇ ਉਸ ਹਰ ਇੱਕ ਛੋਟੀ ਵੱਡੀ ਆਪਣੀ ਸੰਸਾਰਕ ਵੀ ਅਤੇ ਅਧਿਆਤਮਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹਦੇ ਵਿੱਚੋਂ ਕਮਾਈ ਹੋਈ ਦਸਾਂ ਨੌਹਾਂ ਦੀ ਕਿਰਤ ਕਮਾਈ ਉਸ ਨੂੰ ਇਹੋ ਜਿਹੀ ਆਨੰਦਮਈ ਅਵਸਥਾ ਵਿੱਚ ਪਹੁੰਚਾਉਣ ਯੋਗ ਹੁੰਦੀ ਹੈ ਕਿ ਜਿਸ ਦੇ ਸਾਹਮਣੇ ਸੰਸਾਰ ਦੀ ਹਰ ਕੋਈ ਪਦਾਰਥਕ ਉਪਲਬਧੀ ਉਸ ਨੂੰ ਛੋਟੀ ਲੱਗਣ ਲੱਗੇ। ਉਹ ਐਸੀ ਉੱਚੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਉਸ ਨੂੰ ਐਸੀ ਖੁਸ਼ੀ ਮਿਲਦੀ ਹੈ ਆਪਣੀ ਨੇਕ ਕਮਾਈ ਦੇ ਵਿੱਚੋਂ, ਕਿਉਂਕਿ ਜਿਹੜੀ ਦੂਸਰੀ ਕਮਾਈ ਹੈ ਉਹਦੇ ਨਾਲ ਹੁਣ ਤੱਕ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਕਿ ਕਿਸ ਤਰ੍ਹਾਂ ਸਰੀਰਕ ਅਤੇ ਮਾਨਸਿਕ ਰੋਗਾਂ ਵਰਗੀਆਂ ਚੀਜ਼ਾਂ ਵੀ ਪੈਦਾ ਹੋ ਜਾਂਦੀਆਂ ਨੇ। ਸੋ ਇਹੋ ਜਿਹੀ ਆਨੰਦਮਈ ਅਵਸਥਾ ਦੇ ਵਿੱਚ ਜਿਹੜਾ ਗੁਰਮੁਖ ਹੈ ਉਹ ਪਹੁੰਚ ਜਾਂਦਾ ਹੈ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਵਾਲੀ ਗੱਲ ਵੀ ਸਾਡੇ ਕੋਲ ਹੈ, ਔਰ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ। ਸੋ ਆਪਣੀ ਇਸ ਨੇਕ ਕਮਾਈ ਨੂੰ ਵੰਡ ਕੇ ਛਕਣ ਦਾ ਹੁਕਮ ਜਿਹੜਾ ਤੀਸਰਾ ਸਾਡੇ ਕੋਲ ਪਿੱਲਰ ਹੈ ਉਹ ਉਸ ਨੂੰ ਇਨਸਾਨ ਤੋਂ ਦੇਵਤੇ ਦੇ ਸਥਾਨ ਤੱਕ ਪਹੁੰਚਾ ਦਿੰਦਾ ਹੈ। ਮਨੁੱਖ ਵਿਚਲੀ ਕਿਰਤ ਸ਼ਕਤੀ ਨੂੰ ਉਜਾਗਰ ਕਰਨਾ ਅਤੇ ਉਸ ਨੂੰ ਸਹੀ ਢੰਗ ਨਾਲ ਸਹੀ ਉਪਯੋਗ ਵਿੱਚ ਲਿਆਉਣਾ ਅੱਜ ਦੇ ਸਮੇਂ ਦੀ ਮੰਗ ਹੈ। ਅੱਜ ਵਿਕਾਸ ਦੇ ਦੌਰ ਵਿੱਚ ਜਿੱਥੇ ਕਿਰਤ ਦਾ ਸਹੀ ਮੁੱਲ ਨਾ ਮਿਲਣ ਕਾਰਨ ਸਮਾਜਿਕ ਪਾੜਾ ਵੱਧ ਰਿਹਾ ਹੈ, ਅਰਾਜਕਤਾ ਫੈਲ ਰਹੀ ਹੈ, ਅਸ਼ਾਂਤੀ ਫੈਲ ਰਹੀ ਹੈ, ਇੱਕ ਦੂਸਰੇ ਨਾਲ ਨਫ਼ਰਤ ਹੋ ਰਹੀ ਹੈ, ਗਰੀਬ ਅਮੀਰਾਂ ਨਾਲ ਨਫ਼ਰਤ ਕਰ ਰਹੇ ਨੇ, ਜਿਹਦੇ ਕੋਲ ਕੰਮ ਨਹੀਂ ਹੈ ਉਹ ਕੰਮ ਵਾਲੇ ਨਾਲ ਨਫ਼ਰਤ ਕਰ ਰਿਹਾ, ਉੱਥੇ ਇਸ ਜਿਹੜੀ ਸਾਡੀ ਤ੍ਰਿਗੁਣੀ ਸਾਡੇ ਕੋਲ ਰਤਨ ਦਾ ਨਾਮ ਸਰ ਨੇ ਦਿੱਤਾ ਕਿ ਉਸ ਨੂੰ ਲਾਗੂ ਕਰਨਾ ਹੋਰ ਵੀ ਲਾਜ਼ਮੀ ਹੈ, ਜਿਸ ਦੀ ਸੰਭਾਵਨਾ ਅਧਿਆਤਮਿਕ ਤੌਰ 'ਤੇ ਸਜਗ ਮਨੁੱਖ ਵਿੱਚ ਸਭ ਤੋਂ ਵੱਧ ਹੈ। ਕਿਉਂਕਿ ਜਿਹੜਾ ਨਾਮ ਜਪਣ ਵਾਲਾ ਵਿਅਕਤੀ ਹੈ, ਹੁਣ ਜਿਹੜਾ ਤੀਸਰਾ ਪਿੱਲਰ ਆਪਣੇ ਕੋਲ ਹੈ ਕਿ ਨਾਮ ਜਪਣ ਨਾਲ ਅਧਿਆਤਮਿਕ ਸੋਝੀ ਆਉਂਦੀ ਹੈ। ਸੋ ਜਿਹੜਾ ਉਸ ਤਰੀਕੇ ਨਾਲ ਸਜਗ ਵਿਅਕਤੀ ਹੈ ਉਹ ਉਸ ਨੂੰ ਨਾਮ ਜਪਣ ਨਾਲ ਨਿਮਰਤਾ ਆਉਂਦੀ ਹੈ। ਨਾਮ ਜਪਣ ਨਾਲ ਹੀ ਮਨੁੱਖ ਵਿੱਚ ਸਹਿਜ, ਸੰਜਮ, ਨਿਮਰਤਾ ਅਤੇ ਸਰਬੱਤ ਦੀ ਭਲਾਈ ਵਰਗੇ ਗੁਣ ਉਤਪੰਨ ਹੁੰਦੇ। ਨਾਮ ਤੋਂ ਬਿਨਾਂ ਇਹ ਸਭ ਨਹੀਂ ਆਉਂਦਾ। ਜਦ ਤੱਕ ਨਾਮ ਦਾ ਅਭਿਆਸ ਕਿਸੇ ਦੇ ਕੋਲ ਨਾ ਹੋਵੇ ਔਰ ਸਿਰਫ ਇਹ ਉੱਪਰਲੀਆਂ ਹੀ ਗੱਲਾਂ ਕਰੇ ਕਿ ਸਿਧਾਂਤਕ ਗੱਲਾਂ ਪੜ੍ਹ ਲਈਆਂ, ਇੱਧਰੋਂ ਉੱਧਰੋਂ ਸੁਣ ਲਈਆਂ, ਚੰਗੀਆਂ ਲੱਗੀਆਂ, ਟ੍ਰਾਂਸਫਰ ਕਰ ਦਿੱਤੀਆਂ, ਉਹਦਾ ਕੋਈ ਫਾਇਦਾ ਹੈ ਨਹੀਂ। ਨਾਮ ਜਪਣ ਵਾਲੇ ਵਿੱਚ ਹੀ ਉਹ ਸਾਰੇ ਭਲਾਈ ਵਾਲੇ ਗੁਣ ਉਤਪੰਨ ਹੁੰਦੇ ਹਨ ਜਿਹੜਾ ਕਿ ਅਜਿਹਾ ਨਿਮਰ ਮਨੁੱਖ ਹੀ ਸਮੁੱਚੀ ਸ੍ਰਿਸ਼ਟੀ ਨੂੰ ਇੱਕ ਇਕਾਈ ਦੇ ਰੂਪ ਵਿੱਚ ਦੇਖਣ ਯੋਗ ਬਣਦਾ ਹੈ ਅਤੇ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਨੂੰ ਸਮਝਣ ਦੇ ਲਾਇਕ ਬਣਦਾ ਹੈ। ਗੁਰਸਿੱਖ ਦੇ ਸਾਹਮਣੇ ਹੁਣ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਤੋਂ ਲੈ ਕੇ ਅਨੇਕਾਂ ਸਿੱਖ ਵਿਦਵਾਨਾਂ, ਸੂਰਬੀਨਾਂ ਅਤੇ ਕਿਰਤੀਆਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੀ ਯੋਗਤਾ ਅਨੁਸਾਰ ਹਰੇਕ ਕਿਰਤ ਅਪਣਾਈ ਅਤੇ ਖਾਲਸੇ ਦੇ ਆਦਰਸ਼ਾਂ ਦੇ ਅਨੁਰੂਪ ਸਰਬੱਤ ਦੀ ਭਲਾਈ ਲਈ ਬਿਨਾਂ ਕਿਸੇ ਭੇਦਭਾਵ ਦੇ ਕਾਰਜ ਕੀਤੇ ਅਤੇ ਇਸ ਦੇ ਨਤੀਜੇ ਵਜੋਂ ਉਹ ਅੱਜ ਦੁਨੀਆ ਦੇ ਹਰੇਕ ਕੋਨੇ ਵਿੱਚ ਅਤੇ ਹਰੇਕ ਕਿੱਤੇ ਵਿੱਚ ਕਾਮਯਾਬ ਹੋਏ ਨੇ। ਸੋ ਅੱਜ ਹੁਣ ਜ਼ਰੂਰਤ ਹੈ ਸਿੱਖ ਧਰਮ ਦੇ ਵਾਰਸਾਂ ਨੂੰ ਕਿ ਇਹਨਾਂ ਆਦਰਸ਼ਾਂ ਦੀ ਸਹੀ ਰੂਪ ਵਿੱਚ ਪਹਿਲਾਂ ਤਾਂ ਪਛਾਣ ਕਰਨ, ਫਿਰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਉਹਨਾਂ ਤੋਂ ਸੇਧ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਰਹਿੰਦੀ ਦੁਨੀਆ ਤੱਕ ਸਿੱਖ ਫਲਸਫੇ ਅਤੇ ਨਾਲ ਸਿੱਖ ਸੰਸਥਾਵਾਂ ਦੀ ਮਦਦ ਨਾਲ ਵਿਸ਼ਵ ਲਈ ਚਾਨਣ ਮੁਨਾਰਾ ਬਣਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।